ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਚੈਨਲ ਤੇ ਤੁਹਾਨੂੰ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ। ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਗੱਲ ਬਹੁਤ ਹੀ ਪੁਰਾਣੀ ਹੈ। ਜਦੋਂ ਇੱਕ ਪੰਡਤ ਜੀ ਆਪਣੀ ਪੰਡਤਾਈ ਦੀ ਪੜ੍ਹਾਈ ਕਰਨ ਵਾਸਤੇ ਕਾਸ਼ੀ ਗਏ। ਕਾਸ਼ੀ ਪਹੁੰਚ ਕੇ ਉਹਨਾਂ ਨੇ 12 ਸਾਲ ਤੱਕ ਪੜ੍ਹਾਈ ਕੀਤੀ, ਸਭ ਕੁਝ ਯਾਦ ਕਰ ਲਿਆ। ਵੇਦ, ਸ਼ਾਸਤਰ, ਪੁਰਾਣ, ਗ੍ਰੰਥ, ਉਪਨਿਸ਼ਦ, ਇਨ ਸਾਰਿਆਂ ਨੂੰ ਪੜ੍ਹ ਕੇ ਉਹ ਆਪਣੇ ਘਰ ਵਾਪਿਸ ਆ ਗਏ। ਘਰ ਪਹੁੰਚ ਕੇ ਉਹ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਜੀ, ਮੈਂ ਸਭ ਕੁਝ ਪੜ੍ਹ ਕੇ ਆਇਆ ਵਾਂ, ਮੈਨੂੰ ਸਭ ਕੁਝ ਯਾਦ ਹੈ। ਤੁਸੀਂ ਅਗਰ ਕੋਈ ਵੀ ਸਵਾਲ ਪੁੱਛਣਾ ਚਾਹੋ ਤੇ ਮੇਰੇ ਤੋਂ ਪੁੱਛ ਸਕਦੇ ਹੋ। ਪਿਤਾ ਜੀ ਕਹਿਣ ਲੱਗੇ, ਬੇਟਾ, ਅਗਰ ਤੈਨੂੰ ਸਭ ਕੁਝ ਯਾਦ ਹੈ ਤੇ ਤੂੰ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਦੇ ਦੇ। ਬੇਟੇ ਨੇ ਕਿਹਾ, ਪੁੱਛੋ ਪਿਤਾ ਜੀ, ਕੀ ਪੁੱਛਣਾ ਚਾਹੁੰਦੇ ਹੋ? ਪਿਤਾ ਜੀ ਨੇ ਪੁੱਛਿਆ ਕਿ ਮੈਨੂੰ ਸਿਰਫ ਇੰਨਾ ਦੱਸ ਦੇ ਕਿ ਪਾਪ ਦੇ ਬਾਪ ਦਾ ਨਾਮ ਕੀ ਹੈਗਾ। ਪੰਡਤ ਨੇ ਸੋਚਿਆ, ਪਾਪ ਦਾ ਬਾਪ? ਇਹ ਤੇ ਮੈਂ ਕਿੱਥੇ ਵੀ ਨਹੀਂ ਪੜ੍ਹਿਆ। ਜੋ ਵੀ ਕਿਤਾਬਾਂ ਪੰਡਤ ਜੀ ਨੇ ਪੜ੍ਹੀ ਸੀ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ। ਰਾਤ ਦਿਨ ਉਹ ਕਿਤਾਬਾਂ ਪੜ੍ਹਦਾ ਰਿਹਾ, ਮਗਰ ਪਾਪ ਦਾ ਬਾਪ ਕੌਣ ਹੈ ਇਹ ਨਹੀਂ ਪਤਾ ਲੱਗਿਆ। ਪਿਤਾ ਜੀ ਬੋਲੇ, ਤੂੰ ਖਾਕ ਪੜ੍ਹਾਈ ਕੀਤੀ ਹੈ, ਅਗਰ ਤੈਨੂੰ ਇਹੀ ਨਹੀਂ ਪਤਾ ਕਿ ਪਾਪ ਦਾ ਬਾਪ ਕੌਣ ਹੈ। ਬੇਟਾ ਕਹਿਣ ਲੱਗਿਆ, ਆਖਿਰ ਮੈਂ ਵੀ ਤੁਹਾਡਾ ਪੁੱਤਰ ਹਾਂ, ਹੁਣ ਤੇ ਮੈਂ ਪਾਪ ਦੇ ਬਾਪ ਨੂੰ ਢੂੰਡ ਕੇ ਹੀ ਲਿਆਵਾਂਗਾ, ਚਾਹੇ ਮੈਨੂੰ 12 ਸਾਲ ਹੋਰ ਕਿਉਂ ਨਾ ਲੱਗ ਜਾਣ। ਉਹ ਪੰਡਤ ਜੀ ਦੁਬਾਰਾ ਕਾਸ਼ੀ ਵਾਸਤੇ ਰਵਾਨਾ ਹੋ ਗਏ। ਉਸ ਜ਼ਮਾਨੇ ਵਿੱਚ ਸਾਧਨ ਤੇ ਹੁੰਦੇ ਨਹੀਂ ਸੀ, ਪੈਦਲ ਹੀ ਚੱਲਣਾ ਪੈਂਦਾ ਸੀ। ਕਾਫੀ ਦੂਰ ਤੱਕ ਪੰਡਤ ਜੀ ਚੱਲਦੇ ਰਹੇ। ਫਿਰ ਇੱਕ ਥਾਂ ਪਹੁੰਚ ਕੇ ਉਹਨਾਂ ਨੂੰ ਪਿਆਸ ਲੱਗੀ। ਇੱਕ ਘਰ ਦਿਖਾਈ ਦਿੱਤਾ। ਪੰਡਤ ਜੀ ਉੱਥੇ ਚਲੇ ਗਏ। ਉੱਧਰ ਜਾ ਕੇ ਪੰਡਤ ਜੀ ਕਹਿਣ ਲੱਗੇ, ਮੈਨੂੰ ਬੜੇ ਜ਼ੋਰ ਦੀ ਪਿਆਸ ਲੱਗੀ ਹੈ, ਅਗਰ ਕੋਈ ਅੰਦਰ ਹੈ ਤੇ ਮੈਨੂੰ ਪਾਣੀ ਪਿਲਾ ਦੇ। ਇੱਕ ਔਰਤ ਬਾਹਰ ਆਈ, ਉਸਨੇ ਪੰਡਤ ਜੀ ਨੂੰ ਪਾਣੀ ਪਿਲਾਇਆ ਤੇ ਪੰਡਤ ਜੀ ਨੇ ਪਾਣੀ ਪੀਤਾ। ਪਾਣੀ ਪੀਣ ਤੋਂ ਬਾਅਦ ਪੰਡਤ ਜੀ ਨੇ ਪੁੱਛਿਆ ਕਿ ਇਹ ਕਿਹਦਾ ਘਰ ਹੈ। ਉਸ ਔਰਤ ਨੇ ਕਿਹਾ, ਪੰਡਤ ਜੀ, ਇਹ ਤੇ ਤੁਹਾਨੂੰ ਪਾਣੀ ਪੀਣ ਤੋਂ ਪਹਿਲੇ ਪੁੱਛਣਾ ਚਾਹੀਦਾ ਸੀਗਾ ਕਿ ਇਹ ਕਿਹਦਾ ਘਰ ਹੈ। ਹੁਣ ਤੇ ਤੁਸੀਂ ਪਾਣੀ ਪੀ ਲਿੱਤਾ, ਹੁਣ ਪੁੱਛ ਕੇ ਕੀ ਕਰੋਗੇ ਕਿ ਇਹ ਕਿਹਦਾ ਘਰ ਹੈ। ਫਿਰ ਵੀ ਅਗਰ ਤੁਸੀਂ ਜਾਣਨਾ ਹੀ ਚਾਹੁੰਦੇ ਹੋ ਤੇ ਸੁਣ ਲਓ, ਪੰਡਤ ਜੀ, ਇਹ ਇੱਕ ਵੇਸ਼ਿਆ ਦਾ ਘਰ ਹੈ। ਇਹ ਸੁਣਦੇ ਹੀ ਪੰਡਤ ਜੀ ਨੇ ਇੱਕਦਮ ਆਪਣੇ ਕੰਨ ਪਕੜ ਲਏ ਤੇ ਕਹਿਣ ਲੱਗੇ, ਸ਼ਾਂਤਮ ਪਾਪਮ, ਮੇਰੇ ਤੋਂ ਬੜਾ ਵੱਡਾ ਪਾਪ ਹੋ ਗਿਆ। ਮੈਂ ਇੱਕ ਵੇਸ਼ਿਆ ਦੇ ਘਰ ਦਾ ਪਾਣੀ ਪੀ ਲਿੱਤਾ, ਇਹ ਕੀ ਅਨਰਥ ਹੋ ਗਿਆ। ਮੈਨੂੰ ਪਾਪ ਦਾ ਬਾਪ ਤੇ ਮਿਲਿਆ ਨਹੀਂ, ਪਰ ਮੇਰੇ ਤੋਂ ਹੀ ਪਾਪ ਹੋ ਗਿਆ। ਫਿਰ ਉਹ ਵੇਸ਼ਿਆ ਕਹਿਣ ਲੱਗੀ, ਪੰਡਤ ਜੀ, ਤੁਸੀਂ ਕਿੱਧਰੋਂ ਆਏ ਹੋ? ਪੰਡਤ ਜੀ ਨੇ ਸਾਰੀ ਗੱਲ ਉਸ ਵੇਸ਼ਿਆ ਨੂੰ ਦੱਸੀ ਕਿ ਮੈਂ ਪਾਪ ਦੇ ਬਾਪ ਨੂੰ ਢੂੰਡਣ ਵਾਸਤੇ ਵਾਪਸ ਕਾਸ਼ੀ ਜਾ ਰਿਹਾ ਵਾਂ। ਵੇਸ਼ਿਆ ਨੇ ਸੋਚਿਆ ਕਿ 12 ਸਾਲ ਤੱਕ ਇਹ ਕਾਸ਼ੀ ਵਿੱਚ ਪੜ੍ਹ ਕੇ ਆਇਆ ਹੈ, ਤਾਂ ਵੀ ਇਹਨੂੰ ਪਾਪ ਦੇ ਬਾਪ ਦਾ ਪਤਾ ਨਹੀਂ ਚੱਲਿਆ। ਹੁਣ ਇਹ ਵਾਪਸ ਕਾਸ਼ੀ ਜਾ ਰਿਹਾ ਹੈ, ਪਤਾ ਨਹੀਂ ਇਹਨੂੰ ਫਿਰ ਦੁਬਾਰਾ ਪਤਾ ਲੱਗੇਗਾ ਜਾਂ ਨਹੀਂ ਪਤਾ ਲੱਗੇਗਾ। ਇਹ ਮੇਰੇ ਕੋਲ ਆ ਹੀ ਗਿਆ ਹੈ ਤਾਂ ਮੈਂ ਹੀ ਇਹਨੂੰ ਦੱਸਦਾ ਕਿ ਪਾਪ ਦਾ ਬਾਪ ਕੌਣ ਹੈ, ਫਿਰ ਇਹਨੂੰ ਇੰਨੀ ਦੂਰ ਨਹੀਂ ਜਾਣਾ ਪਏਗਾ। ਪਰ ਉਹ ਵੇਸ਼ਿਆ ਇਹ ਸਾਰੀ ਗੱਲ ਇੱਕ ਤਰਕੀਬ ਦੇ ਨਾਲ ਉਸ ਪੰਡਤ ਨੂੰ ਦੱਸਣਾ ਚਾਹੁੰਦੀ ਸੀ, ਨਾ ਕਿ ਸਿੱਧਾ। ਵੇਸ਼ਿਆ ਨੇ ਪੰਡਿਤ ਨੂੰ ਕਿਹਾ, ਤੁਸੀਂ ਕਾਸ਼ੀ ਚਲੇ ਜਾਣਾ, ਪਰ ਮੈਨੂੰ ਲੱਗਦਾ ਹੈ ਕਿ ਤੁਸੀਂ ਕਾਫੀ ਥਕੇ ਹੋਏ ਹੋ ਤੇ ਸ਼ਾਇਦ ਬੜੀ ਦੂਰ ਤੋਂ ਆ ਰਹੇ ਹੋ। ਤੁਸੀਂ ਭੁੱਖੇ ਵੀ ਹੋਣੇ ਤੇ ਤੁਹਾਨੂੰ ਭੋਜਨ ਵੀ ਚਾਹੀਦਾ ਹੋਏਗਾ। ਤੁਸੀਂ ਥੋੜੀ ਦੇਰ ਇੱਥੇ ਆਰਾਮ ਕਰ ਲਓ, ਮੈਂ ਤੁਹਾਡੇ ਵਾਸਤੇ ਭੋਜਨ ਬਣਾ ਦਿੰਦੀ ਹਾਂ। ਭੋਜਨ ਕਰਨ ਤੋਂ ਬਾਅਦ ਹੀ ਤੁਸੀਂ ਅੱਗੇ ਚਲੇ ਜਾਣਾ। ਪੰਡਤ ਨੇ ਕਿਹਾ, ਤੇਰੇ ਘਰ ਦਾ ਭੋਜਨ ਮੈਂ ਕਰਾਂਗਾ? ਕਦੇ ਵੀ ਨਹੀਂ। ਪਾਣੀ ਪੀ ਲਿੱਤਾ, ਬਸ ਹੁਣ ਉਹਦਾ ਹੀ ਪ੍ਰਾਸ਼ਚਿਤ ਕਰਨਾ ਪੈਣਾ ਹੈ। ਵੇਸ਼ਿਆ ਨੇ ਕਿਹਾ, ਭੋਜਨ ਨਾ ਸਹੀ, ਤੁਸੀਂ ਮੇਰੇ ਤੋਂ ਰਾਸ਼ਨ ਲੈ ਲਓ, ਆਟਾ, ਦਾਲ, ਘੀ, ਸ਼ੱਕਰ, ਇਹ ਸਭ ਮੈਂ ਤੁਹਾਨੂੰ ਦੇ ਦਾਂਗੀ। ਭੋਜਨ ਤੁਸੀਂ ਖੁਦ ਹੀ ਪਕਾ ਲੈਣਾ। ਪੰਡਤ ਜੀ ਨੇ ਕਿਹਾ, ਮੈਂ ਤੇਰੇ ਘਰ ਦਾ ਰਾਸ਼ਨ ਵੀ ਨਹੀਂ ਲੈ ਸਕਦਾ, ਤੂੰ ਵੇਸ਼ਿਆ ਹੈਗੀ ਤੇ ਮੈਂ ਇੱਕ ਪੰਡਤ। ਵੇਸ਼ਿਆ ਕਹਿਣ ਲੱਗੀ, ਪੰਡਤ ਜੀ, ਅਗਰ ਤੁਸੀਂ ਰਾਸ਼ਨ ਲੈ ਲੋਗੇ ਤਾਂ ਮੈਂ ਤੁਹਾਨੂੰ ਸੋਨੇ ਦੀ 5 ਮੋਹਰਾਂ ਦਾਂਗੀ। ਪੰਡਤ ਜੀ ਸੋਚਣ ਲੱਗੇ, ਪਾਪ ਦੇ ਬਾਪ ਦਾ ਪਤਾ ਲੱਗੇ ਜਾਂ ਨਾ ਲੱਗੇ, ਪਰ ਇਹ ਮੋਹਰਾਂ ਹੱਥ ਤੋਂ ਚਲੀ ਜਾਣਗੀਆਂ। ਪੰਡਤ ਜੀ ਨੂੰ ਇੰਨੀ ਦੇਰ ਤੱਕ ਰਾਸ਼ਨ ਲੈਣ ਵਿੱਚ ਤਕਲੀਫ ਹੋ ਰਹੀ ਸੀ, ਪਰ ਜਦੋਂ ਉਹਨਾਂ ਨੇ ਸੋਨੇ ਦੀ 5 ਮੋਹਰਾਂ ਸੁਣੀਆਂ ਤਾਂ ਉਹਨਾਂ ਦੀ ਸਾਰੀ ਤਕਲੀਫ ਖਤਮ ਹੋ ਗਈ। ਕਹਿਣ ਲੱਗੇ, ਠੀਕ ਹੈ, ਜੇ ਤੂੰ ਇੰਨਾ ਕਹਿ ਰਹੀ ਹੈ ਤਾਂ ਮੈਂ ਤੇਰਾ ਰਾਸ਼ਨ ਲੈ ਸਕਦਾ ਵਾਂ। ਵੇਸ਼ਿਆ ਨੇ ਪੰਡਿਤ ਜੀ ਨੂੰ ਆਟਾ, ਦਾਲ, ਘੀ, ਸ਼ੱਕਰ ਸਾਰਾ ਰਾਸ਼ਨ ਨਿਕਾਲ ਕੇ ਦੇਤਾ ਤੇ ਪੰਡਤ ਜੀ ਆਪਣਾ ਭੋਜਨ ਬਣਾਉਣ ਲੱਗ ਪਏ। ਵੈਸ਼ਿਆ ਫਿਰ ਪੰਡਤ ਜੀ ਕੋਲ ਆਈ
ਤੇ ਕਹਿਣ ਲੱਗੀ, ਤੁਸੀਂ ਮੇਰੇ ਘਰ ਦਾ ਪਾਣੀ ਪੀ ਲਿੱਤਾ ਤੇ ਮੇਰੇ ਘਰ ਦਾ ਰਾਸ਼ਨ ਵੀ ਤੁਸੀਂ ਲੈ ਲਿੱਤਾ, ਤੇ ਅਗਰ ਮੈਂ ਤੁਹਾਨੂੰ ਭੋਜਨ ਵੀ ਬਣਾ ਕੇ ਦੇ ਦਾਂ ਫਿਰ ਕਿੱਦਾਂ ਦਾ ਰਹੇਗਾ। ਪੰਡਤ ਨੇ ਕਿਹਾ, ਜ਼ਿਆਦਾ ਨਾ ਬੋਲ, ਤੇਰੇ ਘਰ ਦਾ ਰਾਸ਼ਨ ਲੈ ਲਿੱਤਾ ਇਹੀ ਬਹੁਤ ਹੈ। ਤੂੰ ਇੱਕ ਵੇਸ਼ਿਆ ਹੈਗੀ, ਤੇਰੇ ਹੱਥ ਦਾ ਬਣਾ ਹੋਇਆ ਭੋਜਨ ਮੈਂ ਨਹੀਂ ਕਰਾਂਗਾ। ਵੇਸ਼ਿਆ ਕਹਿਣ ਲੱਗੀ, ਚਿੰਤਾ ਨਾ ਕਰੋ ਪੰਡਤ ਜੀ, ਮੈਂ ਤੁਹਾਨੂੰ 5 ਸੋਨੇ ਦੀ ਮੋਹਰਾਂ ਹੋਰ ਦੇ ਦਾਂਗੀ। ਪੰਡਤ ਜੀ ਨੇ ਸੋਚਿਆ ਕਿ ਕੁੱਲ 10 ਸੋਨੇ ਦੀ ਮੋਹਰਾਂ ਹੋ ਜਾਣਗੀਆਂ। ਪੰਡਤ ਜੀ ਕਹਿਣ ਲੱਗੇ, ਠੀਕ ਹੈ, ਤੂੰ ਭੋਜਨ ਬਣਾ, ਪਰ ਤੈਨੂੰ ਇਸ਼ਨਾਨ ਕਰਨਾ ਪਏਗਾ। ਇਸ਼ਨਾਨ ਕਰਨ ਤੋਂ ਬਾਅਦ ਹੀ ਤੂੰ ਮੇਰਾ ਭੋਜਨ ਬਣਾ ਸਕਦੀ ਹੈ। ਉਹ ਕਹਿਣ ਲੱਗੀ, ਹਾਂ ਪੰਡਤ ਜੀ, ਮੈਂ ਇਸ਼ਨਾਨ ਕਰਕੇ ਹੀ ਬਣਾਵਾਂਗੀ। ਵੈਸ਼ਿਆ ਨੇ ਇਸ਼ਨਾਨ ਕਰਕੇ ਪੰਡਤ ਜੀ ਵਾਸਤੇ ਭੋਜਨ ਤਿਆਰ ਕਰਤਾ। ਪੰਡਤ ਜੀ ਨੇ ਕਿਹਾ, ਬਸ ਤੂੰ ਹੁਣ ਇੱਧਰੋਂ ਦੀ ਚਲੀ ਜਾ, ਮੈਂ ਆਪਣੇ ਆਪ ਭੋਜਨ ਕਰ ਲੂੰਗਾ। ਵੈਸ਼ਿਆ ਕਹਿਣ ਲੱਗੀ, ਪੰਡਤ ਜੀ, ਤੁਹਾਡੇ ਵਾਸਤੇ ਮੈਂ ਭੋਜਨ ਬਣਾਇਆ ਹੈ ਤੇ ਤੁਸੀਂ ਸਿਰਫ 5 ਨਿਵਾਲੇ ਮੇਰੇ ਹੱਥੋਂ ਦੀ ਖਾ ਲਓ। ਪੰਡਤ ਜੀ ਕਹਿਣ ਲੱਗੇ, ਤੂੰ ਉਂਗਲੀ ਪਕੜ ਕੇ ਮੇਰਾ ਹੱਥ ਪਕੜਨਾ ਚਾਹੁੰਦੀ ਹੈ, ਐਨੀ ਛੂਟ ਤੈਨੂੰ ਦੇਤੀ ਇਸ ਲਈ। ਤਾਂ ਵੇਸ਼ਿਆ ਨੇ ਕਿਹਾ, ਮਹਾਰਾਜ 5 ਨਿਵਾਲੇ ਲੈ ਲਓ ਤਾਂ ਮੈਂ ਤੁਹਾਨੂੰ 5 ਸੋਨੇ ਦੀ ਮੋਹਰਾਂ ਹੋਰ ਦੇ ਦਾਂਗੀ। ਪੰਡਤ ਜੀ ਨੇ ਦੇਖਿਆ ਕਿ ਹੁਣ 15 ਸੋਨੇ ਦੀ ਮੋਹਰਾਂ ਹੋ ਜਾਣਗੀਆਂ। ਕਹਿਣ ਲੱਗੇ, ਠੀਕ ਹੈ, 5 ਨਿਵਾਲੇ ਤੇਰੇ ਹੱਥੋਂ ਮੈਂ ਲੈ ਸਕਦਾ ਵਾਂ, ਪਰ ਸਿਰਫ 5, ਅੱਗੇ ਨਹੀਂ। ਉਹ ਕਹਿਣ ਲੱਗੀ, ਠੀਕ ਹੈ ਮਹਾਰਾਜ, ਸਿਰਫ 5 ਨਿਵਾਲੇ ਹੀ। ਪੰਡਤ ਜੀ ਨੂੰ ਭੋਜਨ ਦੀ ਥਾਲੀ ਪਰੋਸੀ ਗਈ। ਸਾਹਮਣੇ ਪੰਡਤ ਜੀ ਤੇ ਇੱਧਰ ਵੈਸ਼ਿਆ, ਵਿੱਚ ਭੋਜਨ ਦੀ ਥਾਲੀ ਸੀਗੀ। ਵੈਸ਼ਿਆ ਨੇ ਇੱਕ ਨਿਵਾਲਾ ਬਣਾਇਆ, ਉਹਨੂੰ ਆਪਣੇ ਹੱਥ ਵਿੱਚ ਲਿੱਤਾ ਤੇ ਆਪਣਾ ਹੱਥ ਪੰਡਤ ਜੀ ਦੇ ਮੂੰਹ ਦੀ ਤਰਫ ਲਿਜਾਣ ਲੱਗੀ। ਪੰਡਤ ਜੀ ਨੇ ਵੀ ਵੈਸ਼ਿਆ ਦੇ ਹੱਥੋਂ ਖਾਣ ਵਾਸਤੇ ਆਪਣਾ ਮੂੰਹ ਖੋਲਿਆ। ਜਿਵੇਂ ਹੀ ਪੰਡਤ ਜੀ ਉਹ ਨਿਵਾਲਾ ਖਾਣ ਵਾਲੇ ਸੀ, ਵੈਸ਼ਿਆ ਨੇ ਪੰਡਿਤ ਜੀ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਤਾ। ਹੁਣ ਤੇ ਪੰਡਤ ਜੀ ਅੱਗ ਬਬੂਲਾ ਹੋ ਗਏ। ਕਹਿਣ ਲੱਗੇ, ਤੇਰੀ ਇੰਨੀ ਹਿੰਮਤ, ਵੈਸ਼ਿਆ ਹੋ ਕੇ ਤੂੰ ਇੱਕ ਪੰਡਤ ਨੂੰ ਥੱਪੜ ਮਾਰਦੀ ਹੈ, ਤੂੰ ਬੜਾ ਵੱਡਾ ਅਪਰਾਧ ਕੀਤਾ ਹੈ। ਉਹ ਕਹਿੰਦੀ, ਪੰਡਤ ਜੀ, ਅਪਰਾਧ ਮੈਂ ਨਹੀਂ ਕੀਤਾ, ਅਪਰਾਧ ਤੁਸੀਂ ਕੀਤਾ ਹੈ। ਪੰਡਤ ਕਹਿੰਦਾ, ਮੈਂ ਕੀ ਅਪਰਾਧ ਕੀਤਾ ਹੈ। ਵੈਸ਼ਿਆ ਕਹਿਣ ਲੱਗੀ, ਅਣਜਾਣੇ ਵਿੱਚ ਤੁਸੀਂ ਮੇਰੇ ਘਰ ਦਾ ਪਾਣੀ ਪੀ ਲਿਆ ਤਾਂ ਕੋਈ ਗੱਲ ਨਹੀਂ, ਪਰੰਤੂ ਉਸ ਤੋਂ ਬਾਅਦ ਤੁਸੀਂ ਮੇਰੇ ਘਰ ਦਾ ਰਾਸ਼ਨ ਨਹੀਂ ਲੈ ਸਕਦੇ ਸੀ, ਪਰ ਮੋਹਰਾਂ ਦੇ ਲਾਲਚ ਵਿੱਚ ਤੁਸੀਂ ਉਹ ਵੀ ਲੈ ਲਿਆ। ਤੁਹਾਨੂੰ ਮੇਰੇ ਹੱਥਾਂ ਦਾ ਭੋਜਨ ਵੀ ਸਵੀਕਾਰ ਨਹੀਂ ਸੀਗਾ, ਪਰ ਜਦੋਂ ਮੈਂ 5 ਮੋਹਰਾਂ ਦਾ ਲਾਲਚ ਹੋਰ ਦਿਖਾਇਆ ਤੇ ਤੁਸੀਂ ਉਸ ਤੇ ਵੀ ਰਾਜੀ ਹੋ ਗਏ। ਹੱਦ ਤੇ ਤਾਂ ਹੋ ਗਈ ਜਦੋਂ ਤੁਸੀਂ ਹੋਰ 5 ਮੋਹਰਾਂ ਦੇ ਲਾਲਚ ਵਿੱਚ ਮੇਰੇ ਹੱਥੋਂ ਭੋਜਨ ਕਰਨ ਨੂੰ ਵੀ ਤਿਆਰ ਹੋ ਗਏ। ਤਾਂ ਪੰਡਤ ਜੀ ਕਹਿਣ ਲੱਗੇ, ਉਹ ਤੇ ਤੇਰੀ ਭਾਵਨਾ ਤੇ ਤੇਰੇ ਪ੍ਰੇਮ ਦੇ ਕਾਰਨ। ਉਹ ਕਹਿੰਦੀ, ਪ੍ਰੇਮ ਦੇ ਕਾਰਨ ਨਹੀਂ ਪੰਡਤ ਜੀ, ਲੋਭ ਦੇ ਕਾਰਨ। ਤੁਹਾਨੂੰ 15 ਸੋਨੇ ਦੀ ਮੋਹਰਾਂ ਦਿਖਾਈ ਦੇ ਰਹੀਆਂ ਸੀ ਤਾਂ ਤੁਸੀਂ ਇਹ ਸਭ ਕੁਝ ਕਰਨ ਨੂੰ ਤਿਆਰ ਹੋ ਗਏ। ਹੁਣ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣੋ। ਆਪਣੀ ਕਿਤਾਬ ਵਿੱਚ ਤੁਸੀਂ ਲਿਖ ਲਓ ਕਿ ਪਾਪ ਦਾ ਬਾਪ ਲੋਭ ਹੈ, ਯਾਨੀ ਲਾਲਚ। ਇਹ ਸੁਣ ਕੇ ਪੰਡਤ ਜੀ ਦੀ ਅੱਖਾਂ ਖੁੱਲ ਗਈਆਂ। ਉਹ ਵੈਸ਼ਿਆ ਦੇ ਪੈਰਾਂ ਵਿੱਚ ਡਿੱਗ ਪਏ। ਕਹਿਣ ਲੱਗੇ, ਤੂੰ ਕੋਈ ਵੈਸ਼ਿਆ ਨਹੀਂ ਬਲਕਿ ਮੇਰੀ ਗੁਰੂ ਨਿਕਲੀ। 12 ਸਾਲ ਤੱਕ ਮੈਂ ਪੜ੍ਹਾਈ ਕੀਤੀ ਤਾਂ ਵੀ ਮੈਨੂੰ ਇਹ ਨਹੀਂ ਪਤਾ ਚੱਲਿਆ ਕਿ ਪਾਪ ਦਾ ਬਾਪ ਕੌਣ ਹੈ, ਤੇ ਤੂੰ ਮੈਨੂੰ 1 ਮਿੰਟ ਵਿੱਚ ਦੱਸਦਾ ਕਿ ਪਾਪ ਦਾ ਬਾਪ ਲੋਭ ਹੈ। ਤੇ ਦੋਸਤੋ, ਅੱਜ ਦੇ ਮਨੁੱਖ ਦੇ ਜੀਵਨ ਦੀ ਸੱਚਾਈ ਵੀ ਇਹੀ ਹੈ। ਦੇਖਿਆ ਜਾਏ ਤੇ ਹਰ ਬੁਰੇ ਕੰਮ ਦੇ ਪਿੱਛੇ ਕੋਈ ਨਾ ਕੋਈ ਲਾਲਚ ਜ਼ਰੂਰ ਹੁੰਦਾ ਹੈ। ਮਨੁੱਖ ਜੋ ਵੀ ਕੋਈ ਪਾਪ ਕਰਮ ਕਰਦਾ ਹੈ, ਉਹਦਾ ਆਧਾਰ ਕੋਈ ਨਾ ਕੋਈ ਲਾਲਚ ਹੀ ਹੁੰਦਾ ਹੈ। ਇੱਕ ਛੋਟਾ ਜਿਹਾ ਲੋਭ ਵੱਡੇ ਤੋਂ ਵੱਡੇ ਪਾਪ ਨੂੰ ਜਨਮ ਦੇ ਸਕਦਾ ਹੈ, ਕਿਉਂਕਿ ਛੋਟਾ ਜਿਹਾ ਲਾਲਚ ਕਦੋਂ ਇੱਕ ਵੱਡੇ ਲਾਲਚ ਵਿੱਚ ਬਦਲ ਜਾਏ ਇਹ ਪਤਾ ਨਹੀਂ ਚੱਲਦਾ। ਐਸੇ ਲਈ ਸਿਆਣੇ ਕਹਿ ਕੇ ਗਏ ਨੇ ਕਿ ਲਾਲਚ ਹੀ ਪਾਪ ਦਾ ਬੀਜ ਹੈ। ਸੋ ਦੋਸਤੋ, ਅਗਰ ਕਹਾਣੀ ਤੁਹਾਨੂੰ ਪਸੰਦ ਆਈ ਹੈ ਤੇ ਇਹਨੂੰ ਲਾਈਕ ਕਰੋ। ਐਸੇ ਤਰ੍ਹਾਂ ਦੀ ਕਹਾਣੀਆਂ ਸੁਣਨ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਅਗਲੀ ਕਹਾਣੀ 'ਚ। ਤਾਂ ਤੱਕ ਰੱਬ ਰਾਖਾ।